But now we are going to start equilibrium constant, how to calculate equilibrium constant from Nernst equation. ठीक है, ਤੁਸੀਂ ਸਾਰਿਆਂ ਨੇ ਨਰਨੈਸਟ ਇਕੁਏਸ਼ਨ ਪੜ੍ਹੀ ਹੈ। ਉਸ ਨਰਨੈਸਟ ਇਕੁਏਸ਼ਨ ਤੋਂ ਤੁਸੀਂ ਇਕੁਇਲਿਬਰੀਅਮ ਕਾਂਸਟੈਂਟ ਕਿਸ ਤਰ੍ਹਾਂ ਕੈਲਕੂਲੇਟ ਕਰਨਾ ਹੈ। ਠੀਕ ਹੈ ਬੇਟਾ ਜੀ, ਦੇਖੋ EMF ਸੈੱਲ ਦਾ ਤੁਸੀਂ ਯੂਜ਼ ਕਰ ਸਕਦੇ ਹੋ ਇਕੁਇਲਿਬਰੀਅਮ ਕਾਂਸਟੈਂਟ ਨੂੰ ਫਾਈਂਡ ਆਊਟ ਕਰਨ ਲਈ। ਸਾਨੂੰ ਪਤਾ ਤੁਸੀਂ ਜਿਹੜਾ ਸੈੱਲ ਕੀਤਾ ਹੈ ਇਲੈਕਟ੍ਰੋਕੈਮੀਕਲ ਸੈੱਲ, ਉਹ 'ਚ ਰਿਡੌਕਸ ਰਿਐਕਸ਼ਨ ਕੀ ਹੋਈ ਸੀ ਕਿ ਸੋਲਿਡ ਫਾਰਮ ਜ਼ਿੰਕ ਦੀ ਕਨਵਰਟ ਹੋਈ ਹੈ ਐਕੁਅਸ ਫਾਰਮ 'ਚ, ਔਰ ਐਕੁਅਸ ਕਾਪਰ ਜਿਹੜਾ ਉਹ ਸੋਲਿਡ 'ਚ ਕਨਵਰਟ ਹੋ ਗਿਆ ਸੀ। ਆਕਸੀਡੇਸ਼ਨ ਹਾਫ ਰਿਐਕਸ਼ਨ ਕੀ ਸੀ ਬੇਟੇ, ਜ਼ਿੰਕ ਸੋਲਿਡ ਜਿਹੜਾ ਉਹ ਕਨਵਰਟ ਹੋ ਰਿਹਾ ਜ਼ਿੰਕ ਐਕੁਅਸ 'ਚ 2 ਇਲੈਕਟ੍ਰੋਨ ਨੂੰ ਰਿਲੀਜ਼ ਕਰਕੇ, ਔਰ ਰਿਡਕਸ਼ਨ ਹਾਫ ਰਿਐਕਸ਼ਨ ਕੀ ਹੈ ਕਿ ਕਾਪਰ 2 ਪੋਜ਼ਿਟਿਵ ਜਿਹੜਾ ਐਕੁਅਸ ਫਾਰਮ ਦਾ ਹੈ ਉਹ 2 ਇਲੈਕਟ੍ਰੋਨਸ ਨੂੰ ਗੇਨ ਕਰਕੇ ਸੋਲਿਡ ਫਾਰਮ 'ਚ ਕਨਵਰਟ ਹੋ ਰਿਹਾ। ਠੀਕ ਹੈ ਜੀ, ਹੁਣ ਜੋ ਰਿਐਕਸ਼ਨ ਅੱਗੇ ਵੱਧਦੀ ਹੈ ਤੇ ਕੰਸਨਟ੍ਰੇਸ਼ਨ ਕਾਪਰ 2 ਪੋਜ਼ਿਟਿਵ ਦੀ ਘਟੀ ਜਾਂਦੀ ਹੈ। ਠੀਕ ਹੈ, ਕਾਪਰ 2 ਪੋਜ਼ਿਟਿਵ ਦੀ ਕੰਸਨਟ੍ਰੇਸ਼ਨ ਘਟੀ ਜਾਏਗੀ, ਮਤਲਬ ਰਿਡਿਊਸ ਹੋਣ ਨੂੰ ਸਾਡੇ ਕੋਲ ਕਾਪਰ 2 ਪੋਜ਼ਿਟਿਵ ਨਹੀਂ ਹੈਗਾ। ਗ੍ਰਾਫ 'ਚ ਦੇਖੋ ਪ੍ਰੋਗਰੈਸ ਆਫ ਰਿਐਕਸ਼ਨ ਦੇ ਨਾਲ ਰਿਡਕਸ਼ਨ ਪੋਟੈਂਸ਼ੀਅਲ ਜਿਹੜਾ ਵੱਧਦਾ ਪਿਆ ਹੈ ਉਹ ਕਾਪਰ ਦਾ ਤੇ ਘਟਦਾ ਪਿਆ। ਤੇ ਹੁਣ ਕਿਉਂਕਿ ਜ਼ਿੰਕ ਜਿਹੜਾ ਹੈ ਉਹ ਜ਼ਿੰਕ 2 ਪੋਜ਼ਿਟਿਵ 'ਚ ਕਨਵਰਟ ਹੋ ਰਿਹਾ, ਹੁਣ ਸਾਡੇ ਕੋਲ ਆਕਸੀਡਾਈਜ਼ ਹੋਣ ਵਾਲਾ ਜ਼ਿੰਕ ਘਟਦਾ ਪਿਆ ਪਰ ਰਿਡਕਸ਼ਨ ਹੋਣ ਵਾਲਾ ਜ਼ਿੰਕ ਵਧੀ ਜਾਂਦਾ ਪਿਆ। ਸੋ ਅਸੀਂ ਕਹਿ ਸਕਦੇ ਹਾਂ ਰਿਡਕਸ਼ਨ ਪੋਟੈਂਸ਼ੀਅਲ ਆਫ ਜ਼ਿੰਕ ਵੱਧਦਾ ਪਿਆ ਤੇ ਰਿਡਕਸ਼ਨ ਪੋਟੈਂਸ਼ੀਅਲ ਆਫ ਕਾਪਰ ਘਟਦਾ ਪਿਆ। ਗ੍ਰਾਫ 'ਚੋਂ ਅਗਰ ਤੁਸੀਂ ਦੇਖੋ ਇੱਕ ਟਾਈਮ ਆਏਗਾ ਜਦੋਂ ਰਿਡਕਸ਼ਨ ਪੋਟੈਂਸ਼ੀਅਲ ਜ਼ਿੰਕ ਦਾ ਵੱਧਦਾ ਹੋਇਆ ਔਰ ਰਿਡਕਸ਼ਨ ਪੋਟੈਂਸ਼ੀਅਲ ਆਫ ਕਾਪਰ ਘਟਦਾ ਹੋਇਆ ਦੋਨੋਂ ਬਰਾਬਰ ਹੋ ਜਾਣਗੇ, ਉਸ ਨੂੰ ਕਹਾਂਗੇ ਇਕੁਇਲਿਬਰੀਅਮ ਪੁਆਇੰਟ। ਇਸ ਵੇਲੇ ਦੋਨਾਂ ਦੀ ਕੰਸਨਟ੍ਰੇਸ਼ਨ ਬਰਾਬਰ ਹੈ ਤਾਂ ਉਹਨੂੰ ਇਕੁਇਲਿਬਰੀਅਮ ਪੁਆਇੰਟ ਕਹਾਂਗੇ। ਇਹ ਤੁਹਾਨੂੰ ਗ੍ਰਾਫਿਕਲੀ ਆਈ ਹੋਪ ਸਮਝ ਆ ਗਿਆ। ਹੁਣ ਥਿਓਰੈਟੀਕਲੀ ਕੀ ਕਰਨਾ, ਕਹਿੰਦੇ ਇੱਕ ਟਾਈਮ ਆਏਗਾ ਜਦੋਂ ਕੰਸਨਟ੍ਰੇਸ਼ਨ ਕਾਪਰ 2 ਪੋਜ਼ਿਟਿਵ ਦੀ ਜਿਹੜੀ ਉਹ ਘਟ ਰਹੀ ਹੈ, ਯਾਨੀ ਕਿ ਇਹਦੀ ਰਿਡਕਸ਼ਨ ਹੋਣ ਦੀ ਟੈਂਡੈਂਸੀ ਹੁਣ ਘਟਦੀ ਪਈ ਹੈ ਤੇ ਜ਼ਿੰਕ 2 ਪੋਜ਼ਿਟਿਵ ਦੀ ਵੱਧਦੀ ਪਈ ਹੈ, ਯਾਨੀ ਕਿ ਇਹਦੀ ਰਿਡਕਸ਼ਨ ਹੋਣ ਦੀ ਟੈਂਡੈਂਸੀ ਹੁਣ ਇਨਕਰੀਜ਼ ਹੋ ਰਹੀ ਹੈ। ਠੀਕ ਹੈ, ਇਸ ਟਾਈਮ ਤੇ ਅਸੀਂ ਕਹਿੰਦੇ ਹਾਂ ਕਿ ਸੈੱਲ ਨੇ ਇਕੁਇਲਿਬਰੀਅਮ ਅਟੇਨ ਕਰ ਲਿਆ। ਠੀਕ ਹੈ, ਤਾਂ ਕੰਸਨਟ੍ਰੇਸ਼ਨ ਜ਼ਿੰਕ 2 ਪੋਜ਼ਿਟਿਵ ਅਪੋਨ ਕਾਪਰ 2 ਪੋਜ਼ਿਟਿਵ ਜਿਹੜੀ ਅਸੀਂ ਨਰਨੈਸਟ ਇਕੁਏਸ਼ਨ 'ਚ ਲੈਂਦੇ ਸੀਗੇ ਲੌਗ ਦੇ ਨਾਲ, ਉਹਦੀ ਵੈਲਿਊ ਕਾਂਸਟੈਂਟ ਹੋ ਗਈ ਹੈ ਤੇ ਇਹਨੂੰ ਅਸੀਂ KC ਪੁੱਟ ਕਰਤਾ। ਠੀਕ ਹੈ ਬੇਟਾ ਜੀ, ਸਾਨੂੰ ਪਤਾ ਜ਼ਿੰਕ ਸੋਲਿਡ ਦੇ ਕਾਪਰ ਸੋਲਿਡ ਨੂੰ ਹੀ 1 ਲੈਂਦੇ ਹਾਂ, ਸੋ ਮੈਂ ਇੱਥੇ ਐਕੁਅਸ ਵਾਲੀਆਂ ਲਿਖੀਆਂ। ਸੋ ਈ ਸੈੱਲ ਦੀ ਇਕੁਏਸ਼ਨ ਕੀ ਬਣ ਗਈ, E cell is equal to E naught cell minus 2.303 RT upon NF log, ਇਹੀ ਸੀ ਨਾ ਨਰਨੈਸਟ ਇਕੁਏਸ਼ਨ, ਉੱਪਰ ਆਕਸੀਡੇਸ਼ਨ ਵਾਲਾ ਮੈਟਲ ਦੀ ਕੰਸਨਟ੍ਰੇਸ਼ਨ, ਨੀਚੇ ਰਿਡਕਸ਼ਨ ਵਾਲੇ ਮੈਟਲ ਦੀ ਕੰਸਨਟ੍ਰੇਸ਼ਨ। ਹੁਣ ਜਦੋਂ ਇਕੁਇਲਿਬਰੀਅਮ ਆ ਗਿਆ, ਠੀਕ ਹੈ ਨਾ, ਤਾਂ ਸਾਡਾ ਜਿਹੜਾ ਹੈ E ਸੈੱਲ 0 ਹੋ ਜਾਏਗਾ, ਕਿਉਂਕਿ ਇਕੁਇਲਿਬਰੀਅਮ ਆ ਗਿਆ, ਸੈੱਲ ਨੇ ਆਪਰੇਟ ਕਰਨਾ ਬੰਦ ਕਰਤਾ। ਸੋ ਇਹ ਟਰਮ 0 ਹੋ ਗਈ। E naught cell is equal to 0 equal to E naught cell minus 2.303 RT log zinc 2 positive aqueous form upon copper 2 positive aqueous form। ਸੋ E naught cell ਜਿਹੜਾ ਹੈ ਉਹਨੂੰ ਉੱਧਰ ਲੈ ਜਾਓ, ਆਹ ਚੀਜ਼ ਦੋਨੋਂ ਪੋਜ਼ਿਟਿਵਸ ਹੋ ਗਈਆਂ, ਇਕੁਏਟ ਹੋ ਗਿਆ ਕਿਉਂਕਿ ਇਕੁਅਲਸ ਟੂ 0 ਹੈ। ਲੌਗ E naught cell equal to 2.303 RT upon NF ਸੀਗਾ, ਔਰ ਇੱਥੇ 2 ਇਲੈਕਟ੍ਰੋਨਸ ਟ੍ਰਾਂਸਫਰ ਹੋ ਰਿਹਾ ਤਾਂ ਮੈਂ 2F ਕਰਤਾ। ਅਦਰਵਾਈਜ਼ ਤੁਸੀਂ ਨੋਰਮਲੀ N ਰਹਿਣ ਦਿਓਗੇ। RT log KC, ਆਹ ਕੰਸਨਟ੍ਰੇਸ਼ਨ ਨੂੰ ਮੈਂ KC ਪੁੱਟ ਕਰਤਾ। ਠੀਕ ਹੈ ਬੇਟਾ ਜੀ, E naught cell equal to 2.303 upon 2F RT log KC। ਹੁਣ ਤੁਹਾਨੂੰ ਪਤਾ 2.303 upon F ਦੀ ਵੈਲਿਊ ਜੇ ਮੈਂ ਪੁੱਟ ਕਰਾਂ, ਠੀਕ ਹੈ ਨਾ, R ਦੀ ਵੈਲਿਊ ਵੀ 8.314, ਟੈਂਪਰੇਚਰ 298 ਕੈਲਵਿਨ, F 96500 ਪੁੱਟ ਕਰਕੇ ਤਾਂ ਤੁਸੀਂ ਨਰਨੈਸਟ ਇਕੁਏਸ਼ਨ 'ਚ ਕੀਤਾ ਸੀ, ਸਾਡੇ ਕੋਲ ਇੱਥੇ ਆ ਜਾਂਦਾ 0.059 upon N। E naught cell equal to ਆ ਗਿਆ 0.059 upon N log KC। So this is the E naught cell for equilibrium position। ਜਦੋਂ ਇਕੁਇਲਿਬਰੀਅਮ ਆ ਜਾਏ ਫਿਰ ਤੁਹਾਡਾ E cell ਵੈਨਿਸ਼ ਹੋ ਜਾਂਦਾ ਹੈ, ਇਸ ਗੱਲ ਨੂੰ ਧਿਆਨ ਦਿਓ। ਫਿਰ ਤੁਸੀਂ ਕੀ ਫਾਈਂਡ ਕਰਦੇ ਹੋ, ਸਿਰਫ E naught cell। ਠੀਕ ਹੈ ਬੇਟਾ ਜੀ, ਔਰ ਉਹਦੀ ਵੈਲਿਊ ਅਸੀਂ ਇਹ ਫਾਈਂਡ ਕੀਤੀ। ਇਸ ਫਾਰਮੂਲੇ ਨੂੰ ਤੁਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹੋ, ਇਸ ਤਰ੍ਹਾਂ ਵੀ ਲਿਖ ਸਕਦੇ ਹੋ। ਆਪਾਂ N E naught cell ਇੱਧਰ ਲੈ ਗਏ ਕਿਉਂਕਿ ਆਪਾਂ ਕਿਹਾ ਇਕੁਇਲਿਬਰੀਅਮ ਕਾਂਸਟੈਂਟ ਕਿੱਦਾਂ ਫਾਈਂਡ ਕਰਨਾ ਹੈ, ਅਪੋਨ 0.059 ਆ ਗਿਆ। ਇਨ ਜਨਰਲ E naught cell ਜਿਹੜਾ ਆ ਉਹ 2.303 RT upon NF log KC। ਠੀਕ ਹੈ, 2.303 RT upon F ਦੀ ਵੈਲਿਊ ਪੁੱਟ ਕਰੋਗੇ ਤੇ 0.059
अपॉन n log Kc। ਇੱਥੋਂ ਤੁਸੀਂ log Kc फाइंड कर सकते हो। आ ध्यान रखियो कि इक्विलिब्रियम ते असी E नॉट सैल फाइंड कर रहे हैं, E सैल फाइंड नहीं करते क्योंकि इक्विलिब्रियम ते E सैल 0 है। नाउ सी इलैक्ट्रोकैमिकल सैल एंड गिव्स एनर्जी ऑफ रिएक्शन। गिव्स एनर्जी की है बेटा मैक्सिमम वर्क डन, ए याद रखो। वॉट इज़ गिव्स एनर्जी? एनर्जी इज़ द कैपेसिटी टू डू वर्क हुंदा ना कि कितना काम कर सकते हैं। सो गिव्स एनर्जी भी है कि तुसी किसी सिस्टम तो मैक्सिमम वर्क कितना लै सकते हो। सानू पता इलैक्ट्रोकैमिकल सैल च कैमिकल एनर्जी नू इलैक्ट्रिकल एनर्जी च कन्वर्ट किया जाता है। तो डेल्टा जी आर, जी जिहड़ा गिव्स एनर्जी का जिहड़ा सिंबल है, डेल्टा मतलब चेंज इन गिव्स एनर्जी, आर मतलब फॉर रिएक्शन। सो डेल्टा जी फॉर रिएक्शन इज मेजर ऑफ मैक्सिमम वर्क डन। डेल्टा जी आर इज इक्वल टू मैक्सिमम वर्क डन। अगर कोई रिएक्शन सैल ते हो रही है जिहदे इलैक्ट्रोड डिफरेंस जिहड़े है वो पोटेंशियल इलैक्ट्रोड्स दा पोटेंशियल च डिफरेंस हैगा, मतलब उन्हां दा पोटेंशियल सेम नहीं हैगा, ठीक है ना। तो वर्क डन उदा NF E सैल होएगा। बेटा यह चीज़ तुहानू लर्न करनी पैनी है कि अगर किसी रिएक्शन च सैल च कोई रिएक्शन हो रही है जिहदे इलैक्ट्रोड्स च पोटेंशियल डिफर हैगा है, ठीक है बेटा, तो वर्क डन उदा NF E सैल होएगा। NF जिहड़ा है वो चार्ज होएगा, ठीक है ना, जिहड़ा पोटेंशियल दे नाल ही पुश करदे आ। ध्यान रखो, अगर किसी सैल च रिएक्शन हो रही है जिहदे इलैक्ट्रोड्स च पोटेंशियल डिफरेंस है, ਉਹਦਾ वर्क डन कितना होएगा NF E सैल। NF ਜਿਹੜਾ ਆ ਉਹ ਕੀ ਹੈ, ਇਹਦੇ 'ਚ ਚਾਰਜ N नंबर ऑफ इलैक्ट्रॉन्स ਹੁੰਦੇ ਆ, ਫੈਰਾਡੇ ਹੁੰਦਾ ਚਾਰਜ ਔਨ 1 मोल ऑफ इलैक्ट्रॉन्स। तो N ऑफ ਕੀ ਹੋ ਗਿਆ टोटल इलैक्ट्रॉन्स ਦਾ ਚਾਰਜ, ਤੇ E ਸੈਲ ਹੋ ਗਿਆ ਕਿ ਉਹਦਾ पोटेंशियल डिफरेंस। ਇਹਨਾਂ ਸਾਰਿਆਂ ਨੂੰ ਮਲਟੀਪਲਾਈ ਕਰਕੇ ਸਾਡੇ ਕੋਲ ਉਹਦਾ वर्क डन ਆ ਜਾਏਗਾ। सी मैक्सिमम वर्क डन इज इक्वल टू NF E सैल। F फैराडे कॉन्स्टेंट है, चार्ज ऑन 1 मोल ऑफ इलैक्ट्रॉन ਹੁੰਦਾ है, N नंबर ऑफ इलैक्ट्रॉन्स है, तो NF टोटल चार्ज ऑफ इलैक्ट्रॉन्स हो गया। ਜਦੋਂ ਕੋਈ ਵੋਲਟੇਜ ਸੈੱਲ ਨੂੰ ਬੇਟਾ ਆਪਰੇਟ ਕਰਦੇ ਆ ਤੇ ਵਰਕ ਜਿਹੜਾ ਸਰਾਊਂਡਿੰਗਸ ਤੇ ਹੁੰਦਾ ਹੈ, ਠੀਕ ਹੈ ਨਾ, तो वर्क कन्वेंशन नेगेटिव होएगी क्योंकि वर्क इज डन बाय द सिस्टम। सिस्टम कौन है? सैल। वर्क इज डन ऑन द सराउंडिंग्स, सो वर्क डन कन्वेंशन जी है नैगेटिव होएगी। याद करो +1 का चैप्टर तुसी थर्मोडायनामिक्स। सो डेल्टा जी इज इक्वल टू मैक्सिमम वर्क डन, W मैक्स लिखता इक्वल टू -NF E नॉट सैल। सो डेल्टा जी नॉट की है स्टैंडर्ड गिव्स एनर्जी, ठीक है बेटा जी। स्टैंडर्ड गिव्स एनर्जी मतलब स्टैंडर्ड वैल्यूज़ ते जो तुसीं स्टैंडर्ड टर्म्स लेंदे हो टैंपरेचर दियाँ, ठीक है। सो डेल्टा जी नॉट आर मतलब वर्क डन मैक्सिमम जिहड़ा है। हुण देखो आ की हो गया इक्विलिब्रियम पॉइंट ते, तो NF E नॉट सैल की जगह ते आ जाएगा -RT log K, ठीक है बेटा जी। अगर तुहानू मैक्सिमम वर्क डन किया जाए तो तुसी डेल्टा जी नॉट कड्डोगे, ठीक है ना, वो होएगा -NF E नॉट सैल, ठीक है बेटा जी। तैनू सॉल्व करके तुहाडे को आ जाएगा डेल्टा जी आर इज इक्वल टू -RT log। नो -RT log के डेल्टा जी है तो नाल -NF E नॉट सैल है, ठीक है ना। हुण इस तो ये दो वैल्यूज़ है तुहानू, ठीक है बेटा जी। आ तुसीं इक्विलिब्रियम ते फाइंड करोगे, है ना। हुण यह रिएक्शन सानू दसदी है कि फिजिबिलिटी इस तो सानू पता चलता है कि रिएक्शन फिजिबल है। फिजिबल मतलब स्पोंटेनियस है। जे तो बेटा डेल्टा जी 0 है तो फिर तुहाडे को रिएक्शन इक्विलिब्रियम ते है। जे डेल्टा जी पॉजिटिव है फिर नॉन स्पोंटेनियस रिएक्शन है। जे डेल्टा जी लैस दैन 0 है फिर स्पोंटेनियस रिएक्शन है। वर्क डन कितना बेटा ए चीज़ मेन नोट करियो जे न्यूमेरिकल्स च आ जाए वर्क डन आ जाए। जे तुहानू वर्क डन पुछन फिर -NF E सैल लगाना है, तो जे मैक्सिमम वर्क डन पुछन फिर -NF E नॉट सैल लगाना है, ठीक है। E सैल तुसी कैलकुलेट करते हो नर्नेस्ट इक्वेशन तो E नॉट सैल -2.303 RT अपॉन NF log ऑक्सीडाइज दी कंसनट्रेशन अपॉन रिड्यूस्ड फॉर्म दी कंसनट्रेशन। अगर वर्क डन पुछन फिर NF दे नाल E सैल लगाओगे। अगर मैक्सिमम वर्क डन पुछन फिर NF दे नाल E नॉट सैल लगाओगे, ठीक है। E नॉट सैल सिंपल तुहानू जिहड़ियां न्यूमेरिकल्स च वैल्यू दित्तियां होंदियां ना ऑक्सीडेशन पोटेंशियल ते रिडक्शन पोटेंशियल दियां, उन्हां नू माइनस करके आ जाएगा। -RT log K भी कर सकते हो, ठीक है बेटा जी। आ चीज़ ध्यान रखियो न्यूमेरिकल च कन्फ्यूज़ नहीं होना। जे वर्क डन पुछया तो डेल्टा जी इज इक्वल टू -NF E सैल, यह तुसी नर्नेस्ट इक्वेशन तो फाइंड करते हो। मैक्सिमम वर्क डन पुछया मतलब इक्विलिब्रियम आ चुका है,
ठीक है। तो डेल्टा जी नॉट इज इक्वल टू माइनस एन एफ ई नॉट सैल। ई नॉट सैल सिंपल ਤੁਹਾਨੂੰ ਜਿਹੜੀਆਂ ਰਿਡਕਸ਼ਨ ਪੋਟੈਂਸ਼ੀਅਲਸ ਦੀਆਂ ਵੈਲਿਊਜ਼ ਦਿੱਤੀਆਂ ਹੁੰਦੀਆਂ ਉਹਨਾਂ ਨੂੰ ਮਾਈਨਸ ਕਰਕੇ ਈ ਕੈਥੋਡ ਮਾਈਨਸ ਈ ਐਨੋਡ ਕਰਕੇ ਆ ਜਾਂਦਾ ਇਕੁਅਲ ਟੂ ਮਾਈਨਸ ਆਰ ਟੀ ਲੌਗ ਕੇ। ਦੈਟਸ ਆਲ। ਹੁਣ ਬੇਟਾ ਇੱਕ ਲਾਸਟ ਚੀਜ਼ ਜਿਹੜੀ ਇਸ ਚੈਪਟਰ 'ਚ ਰਹਿ ਗਈ ਹੈ ਉਹ ਹੈ ਟਾਈਪ ਆਫ ਕਮਰਸ਼ੀਅਲ ਸੈਲਸ। ਠੀਕ ਹੈ। ਇਹ ਦੋ ਡੈਫੀਨੇਸ਼ਨਸ ਯਾਦ ਕਰਨੀਆਂ ਤੁਸੀਂ। ਪ੍ਰਾਇਮਰੀ ਬੈਟਰੀਜ਼ ਕੀ ਹੈ ਤੇ ਸੈਕੰਡਰੀ ਬੈਟਰੀਜ਼ ਕੀ ਹੈ। ਪ੍ਰਾਇਮਰੀ ਕੀ ਨੇ? ਜਿਹਦੇ 'ਚ ਇਲੈਕਟ੍ਰੋਡ ਰਿਐਕਸ਼ਨਸ ਨੂੰ ਰਿਵਰਸ ਨਹੀਂ ਕੀਤਾ ਜਾ ਸਕਦਾ। ਇੱਕ ਵਾਰੀ ਜਿਹੜੀ ਹੋ ਗਈ ਬਾਰ ਬਾਰ ਉਹਨਾਂ ਨੂੰ ਰਿਵਰਸ ਨਹੀਂ ਕੀਤਾ ਜਾ ਸਕਦਾ। ਤੁਸੀਂ ਘਰਾਂ 'ਚ ਕਈ ਵਾਰੀ ਸੈੱਲ ਦੇਖਦੇ ਹੋ, ਰਿਮੋਟ ਦੇ ਸੈੱਲ ਜਿਹੜੇ ਹੁੰਦੇ ਆ ਨਾ, ਇੱਕ ਵਾਰੀ ਯੂਜ਼ ਹੋ ਗਏ ਫਿਰ ਤੁਸੀਂ ਸੁੱਟ ਦਿੰਦੇ ਹੋ ਕਿਉਂਕਿ ਉਹ ਨੋਨ ਰੀਚਾਰਜੇਬਲ ਨੇ, ਯਾਨੀ ਕਿ ਉਹਨਾਂ 'ਚ ਇਲੈਕਟ੍ਰੋਡ ਰਿਐਕਸ਼ਨਸ ਨੂੰ ਰਿਵਰਸ ਨਹੀਂ ਕੀਤਾ ਜਾ ਸਕਦਾ ਔਰ ਉਹਨਾਂ ਨੂੰ ਨੋਟ ਰੀਚਾਰਜੇਬਲ ਸੈੱਲਸ ਕਹਿੰਦੇ ਆ ਜਾਂ ਪ੍ਰਾਇਮਰੀ ਬੈਟਰੀਜ਼ ਜਾਂ ਪ੍ਰਾਇਮਰੀ ਸੈੱਲਸ ਕਹਿੰਦੇ ਆ, ਜਿਵੇਂ ਕਿ ਡਰਾਈ ਸੈੱਲਸ ਜਾਂ ਮਰਕਰੀ ਸੈੱਲ। ਸੈਕੰਡਰੀ ਮਤਲਬ ਜਿਨ੍ਹਾਂ 'ਚ ਇਲੈਕਟ੍ਰੋਡ ਰਿਐਕਸ਼ਨਸ ਨੂੰ ਰਿਵਰਸ ਕੀਤਾ ਜਾ ਸਕਦਾ। ਮਤਲਬ ਅਗਰ ਉਹ ਖਤਮ ਹੋ ਗਈ ਬੈਟਰੀ ਉਹ ਤੇ ਉਹਨੂੰ ਚਾਰਜ ਕਰਕੇ ਦੁਬਾਰਾ ਤੋਂ ਯੂਜ਼ ਕਰਨ ਲਈ ਅਸੀਂ ਉਹਨੂੰ ਅਵੇਲੇਬਲ ਕਰਵਾ ਸਕਦੇ ਹਾਂ। ਸੋ ਇਹਨਾਂ ਨੂੰ ਸਟੋਰੇਜ ਸੈੱਲ ਵੀ ਕਹਿੰਦੇ ਆ ਜਾਂ ਰੀਚਾਰਜੇਬਲ ਬੈਟਰੀਜ਼ ਵੀ ਕਹਿੰਦੇ ਆ। ਇਹਨਾਂ ਦੀ ਐਗਜ਼ਾਮਪਲ ਹੈ ਲੈਡ ਸਟੋਰੇਜ ਬੈਟਰੀ, ਨਿਕਲ ਕੈਡਮੀਅਮ ਬੈਟਰੀਜ਼, ਜਿਵੇਂ ਕਿ ਸਾਡੀਆਂ ਇਨਵਰਟਰਸ ਵਗੈਰਾ ਦੀਆਂ ਬੈਟਰੀਜ਼ ਹੁੰਦੀਆਂ ਜਾਂ ਟਰੱਕਸ 'ਚ ਹੁੰਦੀਆਂ ਜਿਹੜੀਆਂ ਬੈਟਰੀਜ਼, ਇੱਕ ਵਾਰੀ ਖਤਮ ਹੋਣ ਇਹਨਾਂ ਨੂੰ ਚਾਰਜ ਕਰਵਾਇਆ ਜਾਂਦਾ ਅਤੇ ਦੁਬਾਰਾ ਤੋਂ ਯੂਜ਼ ਕਰ ਸਕਦੇ ਹਾਂ। ਓਨਲੀ ਦੀਜ਼ ਟੂ ਡੈਫੀਨੇਸ਼ਨਸ ਯੂ ਹੈਵ ਟੂ ਡੂ। ਬਸ ਇਹਦੇ ਨਾਲ ਹੀ ਇਹ ਚੈਪਟਰ ਦੀ ਥਿਊਰੀ ਬੇਟਾ ਖਤਮ ਹੋ ਗਈ ਹੈ। ਹੁਣ ਬਸ ਇੱਕ ਲਾਸਟ ਟਾਈਪ ਦੇ ਨਿਊਮੈਰੀਕਲਸ ਰਹਿ ਗਏ ਆ, ਉਹ ਕੱਲ੍ਹ ਕਰਾਂਗੇ। ਗੁੱਡ ਲੱਕ।